ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਨਾਨਕ ਦੁਖੀਆ ਸਭ ਸੰਸਾਰ, ਕਿ ਸਾਰਾ ਸੰਸਾਰ ਜਿਹੜਾ ਹੈ ਨਾ ਉਹ ਦੁੱਖਾਂ ਦਾ ਘਰ ਹੈ। ਤੇ ਇਸ ਦੁੱਖਾਂ ਦੇ ਵਿੱਚ ਬਿਲਕਦੇ ਜਿੰਨੇ ਵੀ ਜੀਵ ਹੈਗੇ ਆ, ਉਹ ਸਾਰਾ ਪੂਰਾ ਦਿਨ ਦੁੱਖਾਂ ਦੀਆਂ ਹੀ ਗੱਲਾਂ ਕਰਦੇ ਆ। ਦੁੱਖਾਂ ਦੇ ਵਿੱਚ ਜ਼ਿੰਦਗੀ ਬਤੀਤ ਹੁੰਦੀ ਆ, ਦੁੱਖਾਂ ਦੇ ਵਿੱਚ ਹੀ ਹਾਏ ਕਰਕੇ ਕਰ ਲਾਉਂਦੇ ਆ, ਚਿਰ ਲਾਉਂਦੇ ਆ। ਪਰ ਦੁੱਖਾਂ ਦਾ ਕੋਈ ਵੀ ਜਿਹੜਾ ਨਾ ਸੰਵਿਧਾਨ ਜਿਹੜਾ ਹੈ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਅਸਲ ਦੇ ਵਿੱਚ ਕੀ ਹੈ, ਜ਼ਿੰਦਗੀ ਦੋ ਚੀਜ਼ਾਂ ਦਾ ਸੁਮੇਲ ਵਾ, ਦੁੱਖ ਤੇ ਸੁੱਖ। ਪਰ ਕਿਉਂਕਿ ਸੁੱਖਾਂ ਦਾ ਸਮਾਂ ਜਿਹੜਾ ਹੈ ਨਾ ਉਹ ਇਨਸਾਨ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬਹੁਤ ਜਲਦੀ ਬਤੀਤ ਹੋ ਗਿਆ ਹੁੰਦਾ ਹੈ। ਕਿਉਂ? ਸੁੱਖ ਦੇ ਵਿੱਚ ਹਰੇਕ ਚੀਜ਼ ਭੁੱਲ ਜਾਂਦੀ ਆ, ਪਰ ਦੁੱਖ ਦੇ ਵਿੱਚ ਪੀੜਾ ਜਿਹੜੀ ਹੈ ਨਾ ਦੁੱਖ ਦੇ ਸਮੇਂ ਦੀ ਹੁੰਦੀ ਉਹ ਯਾਦ ਰਹਿੰਦੀ ਆ। ਇਸੇ ਕਰਕੇ ਦੁੱਖ ਦੀ ਪੀੜਾ ਇਨਸਾਨ ਨੂੰ ਜਿਹੜਾ ਨਾ ਸਦਾ ਸਤਾਉਂਦੀ ਰਹਿੰਦੀ ਆ। ਅਸਲ ਦੇ ਵਿੱਚ ਆਪਾਂ ਅਗਰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚੋਂ ਦੇਖੀਏ ਕਿ ਦੁੱਖ ਜਿਹੜੇ ਹੈ ਨਾ 4 ਪ੍ਰਕਾਰ ਦੇ ਮੰਨੇ ਜਾਂਦੇ ਆ। ਹੁਣ ਪਹਿਲਾ ਦੁੱਖ ਜਿਹੜਾ ਮੰਨਿਆ ਜਾਂਦਾ ਉਹ ਹੈ ਨੰਬਰ 1 ਤੇ ਭੁੱਖ, ਨੰਬਰ 2 ਤੇ ਦੁੱਖ ਮੰਨਿਆ ਜਾਂਦਾ ਹੈ ਵਿਛੋੜਾ, ਤੀਸਰੇ ਨੰਬਰ ਤੇ ਦੁੱਖ ਮੰਨਿਆ ਜਾਂਦਾ ਬਿਮਾਰੀ, ਤੇ ਚੌਥਾ ਜਿਹੜਾ ਦੁੱਖ ਅੰਦਰੋਂ ਅੰਦਰ ਹੀ ਜਿਹੜਾ ਹੈਗਾ ਇਨਸਾਨ ਨੂੰ ਸਤਾਉਂਦਾ ਰਹਿੰਦਾ ਹੈਗਾ, ਉਹ ਕੀ ਆ? ਆਉਣ ਵਾਲੇ ਸਮੇਂ ਦੀ ਚਿੰਤਾ, ਫਿਕਰ। ਸੋ ਇਸ ਤਰ੍ਹਾਂ ਹਨ ਇਹ 4 ਤਰ੍ਹਾਂ ਦੇ ਜਿਹੜੇ ਦੁੱਖ ਹੈਗੇ ਇਨਸਾਨ ਨੂੰ ਘੇਰੀ ਰੱਖਦੇ ਆ। ਅਸਲ ਵਿੱਚ ਆਪਾਂ ਥੋੜ੍ਹਾ ਜਿਹਾ ਅਗਰ ਗੌਰ ਦੇ ਨਾਲ ਵਿਚਾਰੀਏ ਕਿ ਅਗਰ ਇਨਸਾਨ ਦੇ ਪਾਸ ਪੈਸਾ, ਧਨ ਦੌਲਤ ਹੋਵੇ, ਉਹਦੇ ਅੰਦਰ ਕਿਸੇ ਚੀਜ਼ ਦੀ ਭੁੱਖ ਵੀ ਨਾ ਹੋਵੇ। ਦੂਸਰਾ ਕੀ ਹੈ ਕਿ ਇਨਸਾਨ ਦੀ ਸਿਹਤ ਵੀ ਤੰਦਰੁਸਤ ਹੋਵੇ, ਵਧੀਆ ਹੋਵੇ, ਬਿਮਾਰੀ ਵੀ ਕੋਈ ਨਾ ਹੋਵੇ। ਤੀਸਰਾ ਕੀ ਹੈ ਕਿ ਉਹਦੇ ਜੀਵਨ ਦੇ ਵਿੱਚ ਆਉਣ ਵਾਲੀ ਚਿੰਤਾ ਜਿਹੜੀ ਹੈਗੀ ਆ ਉਹਦਾ ਵੀ ਬਹੁਤ ਘੱਟ ਅਸਰ ਦੇਖਣ ਦੇ ਵਿੱਚ ਮਿਲੇ, ਅਤੇ ਉਹਦੇ ਜੀਵਨ ਦੇ ਵਿੱਚ ਕਿਸੇ ਦਾ ਜਿਹੜਾ ਹੈ ਨਾ ਵਿਛੋੜਾ ਹੈਗਾ ਉਹ ਵੀ ਜਿਹੜਾ ਹੈ ਨਾ ਉਹਨੂੰ ਪ੍ਰਤੀਤ ਨਾ ਹੋਵੇ। ਫਿਰ ਤਾਂ ਉਹਦੀ ਦੁੱਖਾਂ ਦੀ ਨਿਵਰਤੀ ਜਿਹੜੀ ਹੈ ਉਹ ਸਹਿਜ ਨਾ ਹੋ ਜਾਂਦੀ ਆ। ਪਰ ਅਸਲ ਦੇ ਵਿੱਚ ਕੀ ਆ? ਅਸਲ ਦੇ ਵਿੱਚ ਗੱਲ ਇਹ ਹੈਗੀ ਆ ਕਿ ਜਿਹੜੇ ਦੁੱਖ ਆ ਜਿਹੜੇ ਹੈ ਇਹਦੇ 2 ਕਾਰਨ ਸਾਨੂੰ ਮਹਾਂਪੁਰਖਾਂ ਨੇ ਦੱਸੇ ਆ। ਕਿਉਂਕਿ ਸਭ ਕੁਝ ਹੁੰਦਿਆਂ ਸੁਣਦਿਆਂ ਵੀ 2 ਕਾਰਨ ਜਿਹੜੇ ਹਨ ਹਮੇਸ਼ਾ ਜਿਹੜੇ ਆ ਆਮ ਖਾਸ ਕਰਕੇ ਜਿਹੜੇ ਦੁਨਿਆਵੀ ਪ੍ਰਾਣੀ ਆ ਉਹਨਾਂ ਦੇ ਅੰਦਰ ਜਿਹੜੇ ਹੈ ਨਾ ਬਣੇ ਰਹਿੰਦੇ ਆ। ਹੁਣ ਪਹਿਲਾ ਕਾਰਨ ਕੀ ਆ? ਉਹ ਹੈ ਅਸਤੋਸ਼, ਕਿ ਸਭ ਕੁਝ ਹੁੰਦਿਆਂ ਸੁਣਦਿਆਂ ਕਦਾ ਜਿਹੜਾ ਹੈ ਨਾ ਮਨ ਸੰਤੋਸ਼ ਦੇ ਵਿੱਚ ਨਹੀਂ ਹੁੰਦਾ। ਉਹਦੇ ਅੰਦਰ ਹਮੇਸ਼ਾ ਜਿਹੜੀ ਹੈ ਨਾ ਮਨ ਦੀ ਭਟਕਣਾ ਬਣੀ ਰਹਿੰਦੀ ਆ, ਅਸਤੋਸ਼ ਰਹਿੰਦਾ ਹੈਗਾ, ਸੰਤੋਖੀ ਮਨ ਨਹੀਂ ਬਣਦਾ ਹੈਗਾ। ਦੇਖੋ ਆਪਾਂ ਖਾਸ ਕਰਕੇ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਜਿਵੇਂ ਬੀਬੀਆਂ ਦਾ ਖਾਸ ਕਰਕੇ ਜ਼ਿਆਦਾ ਰੁਝਾਨ ਹੁੰਦਾ ਹੈ ਕਿ ਇੱਕ ਸੂਟ ਨਾਲ ਜਿਹੜਾ ਹੈਗਾ ਜਾਂ 2 ਸੂਟ 2-4 ਸੂਟਾਂ ਦੇ ਨਾਲ ਉਹਨਾਂ ਦਾ ਜਿਹੜਾ ਗੁਜ਼ਾਰਾ ਉਹ ਬੜੇ ਵਧੀਆ ਤਰੀਕੇ ਨਾਲ ਹੋ ਸਕਦਾ। ਪਰ ਹਰੇਕ ਵਿਆਹ ਸ਼ਾਦੀ 'ਤੇ ਨਵੇਂ ਸੂਟ ਲੈਣੇ, ਔਰ ਖ਼ਾਸ ਕਰਕੇ ਅੱਜ ਕੱਲ੍ਹ ਦੇ ਫੈਸ਼ਨ ਦੇ ਯੁੱਗ ਦੇ ਵਿੱਚ ਜਿੱਦਾਂ ਦਾ ਫੈਸ਼ਨ ਆ ਉਸ ਤਰ੍ਹਾਂ ਦੇ ਸੂਟ ਜਿਹੜੇ ਪਾਉਣੇ ਆ, ਖਾਸ ਕਰਕੇ ਬੀਬੀਆਂ ਨੂੰ ਜ਼ਿਆਦਾ ਜਿਹੜੇ ਹੈਗੇ ਆ ਉਹ ਲਵਾਉਂਦੇ ਰਹਿੰਦੇ ਆ। ਭਾਵ ਕੀ ਆ ਕਿ ਜਿੱਥੇ ਬਹੁਤ ਥੋੜ੍ਹੇ ਖਰਚੇ ਦੇ ਨਾਲ ਅਗਰ ਉਹਨਾਂ ਦੇ ਜੀਵਨ ਦੇ ਵਿੱਚ ਇਹ ਸਰ ਸਕਦਾ ਹੈਗਾ, ਜ਼ਿੰਦਗੀ ਦਾ ਕੱਪੜਾ ਪਾਉਣ ਦਾ ਜਿਹੜਾ ਤਰੀਕਾ ਹੈਗਾ ਉਹਦੇ ਨਾਲ ਜਿਹੜਾ ਹੈ ਗੁਜ਼ਾਰਾ ਹੋ ਸਕਦਾ ਹੈ। ਪਰ ਗੱਲ ਇੱਥੇ ਹੈ ਉਹਨਾਂ ਦੇ ਅੰਦਰ ਹੈ ਨਾ ਸੰਤੋਸ਼ ਨਹੀਂ ਜਾਗਦਾ। ਕਿਉਂਕਿ ਖਾਸ ਕਰਕੇ ਜਿਹੜੀ ਫੈਸ਼ਨ ਦੀ ਦੌੜ ਦੇ ਵਿੱਚ ਹਰੇਕ ਜਿਹੜੀ ਖਾਸ ਬੀਬੀ ਆ ਉਹ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੀ ਆ। ਅਤੇ ਦੂਸਰੇ ਪਾਸੇ ਆਮ ਕਰਕੇ ਅਗਰ ਆਦਮੀ ਆ ਜਾਂ ਮਰਦਾਂ ਦੇ ਜੀਵਨ ਦੇ ਵਿੱਚ ਝਾਤ ਮਾਰੀਏ ਅਤੇ ਮਰਦਾਂ ਦਾ ਜੀਵਨ ਫੇਰ ਵੀ ਖਾਸ ਕਰਕੇ ਬੀਬੀਆਂ ਦੇ ਮੁਕਾਬਲੇ ਵਿੱਚ ਹੈ ਨਾ ਜ਼ਿਆਦਾ ਸੰਤੋਸ਼ ਜਿਹੜਾ ਹੈਗਾ ਉਹ ਪਾਇਆ ਜਾਂਦਾ ਹੈਗਾ। ਉਹਨਾਂ ਦੇ ਕੋਲ ਇੰਨੇ ਕੱਪੜਿਆਂ ਦੀ ਦੌੜ ਨਹੀਂ ਹੁੰਦੀ, ਖਾਸ ਕਰਕੇ ਤੇ ਵਿਆਹ ਸ਼ਾਦੀ ਦੇ ਮੌਕੇ ਦੇ ਉੱਤੇ ਜਿਹੜਾ ਹੈਗਾ ਕੋਈ ਇੱਕ ਅੱਧਾ ਜਿਹੜਾ ਹੈ ਉਹ ਆਪਣੇ ਕੱਪੜੇ ਦੇ ਨਾਲ ਗੁਜ਼ਾਰਾ ਜਿਹੜਾ ਉਹ ਕਰ ਲੈਂਦੇ ਆ। ਪਰ ਇੱਥੇ ਗੱਲ ਸੰਤੋਸ਼ ਦੀ ਹੈ ਕਿ ਮਰਦਾਂ ਦਾ ਜਿਹੜਾ ਸੰਤੋਸ਼ ਆ ਬੀਬੀਆਂ ਦੇ ਮੁਕਾਬਲੇ ਕਈ ਗੁਣਾ ਜਿਹੜਾ ਅਧਿਕ ਜਿਹੜਾ ਹੈ ਉਹ ਪਾਇਆ ਜਾਂਦਾ ਹੈਗਾ। ਇਹ ਵੀ ਇੱਕ ਦੁਨੀਆ ਦੇ ਵਿੱਚ ਆਪਾਂ ਦੇਖਦੇ ਹਾਂ। ਦੂਸਰੇ ਪਾਸੇ ਕੀ ਆ ਕਿ ਬੱਚਿਆਂ ਦੇ ਵਿੱਚ ਵੀ ਜਿਹੜੀ ਹੈ ਨਾ ਕਿਸੇ ਚੀਜ਼ ਦੀ ਇਸ ਤਰ੍ਹਾਂ ਦੀ ਭਾਵਨਾ ਜਿਹੜੀ ਆ ਉਹ ਵੀ ਜਿਹੜੀ ਹੈ ਉਹ ਬੜੀ ਘੱਟ ਪਾਈ ਜਾਂਦੀ ਆ। ਖਾਸ ਕਰਕੇ ਬੱਚਿਆਂ ਨੂੰ ਕੀ ਹੁੰਦਾ ਕਿ ਕੱਪੜੇ ਜ਼ਰੂਰਤ ਹੈ, ਜਿੱਦਾਂ ਦੇ ਮਾਪੇ ਜਿਹੜੇ ਕੱਪੜੇ ਲੈ ਦਿੰਦੇ ਉਸ ਤਰ੍ਹਾਂ ਦੇ ਬੱਚੇ ਕੱਪੜੇ ਪਾਉਣਾ ਪਸੰਦ ਕਰ ਲੈਂਦੇ ਆ। ਉਹਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਜ਼ਿਆਦਾ ਖਿੱਚ ਨਹੀਂ ਪੈਂਦੀ। ਬੱਚੇ ਜਿਹੜੇ ਹੈ ਨਾ ਜ਼ਿਆਦਾ ਜਿਹੜਾ ਹੈਗਾ ਉਹ ਕਈ ਵਾਰੀ ਜਿੱਦ ਨਹੀਂ ਕਰਦੇ। ਪਰ ਅੱਜ ਦੇ ਸਮੇਂ ਦੇ ਫੈਸ਼ਨ ਦੇ ਯੁੱਗ ਦੇ ਵਿੱਚ ਅਸੀਂ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਇਸ ਢੰਗ ਦੇ ਨਾਲ ਜਿਹੜਾ ਹੈਗਾ ਉਹ ਇਸ ਫੈਸ਼ਨ ਦੇ ਯੁੱਗ ਦੇ ਵਿੱਚ ਇਨਵੋਲਵ ਕਰ ਲਿਆ ਹੈ, ਸ਼ਾਮਲ ਕਰ ਲਿਆ ਹੈਗਾ ਕਿ ਬੱਚੇ ਵੀ ਜਿਹੜੇ ਹੈ ਨਾ ਅੱਜ ਕੱਲ੍ਹ ਆਪਣੀ ਮਨ ਮਰਜ਼ੀ ਦੀਆਂ ਚੀਜ਼ਾਂ ਜਿਹੜੀਆਂ ਹਨ ਉਹ ਜ਼ਿਆਦਾ ਪਸੰਦ ਕਰਨ ਲੱਗ ਪਏ। ਮਹਿੰਗੀ ਤੋਂ ਮਹਿੰਗੀ ਜਿਹੜੀ ਚੀਜ਼ ਆ ਹੈ ਨਾ ਉਹਨੂੰ ਆਪਣੇ ਜੀਵਨ ਦੇ ਵਿੱਚ ਵੱਧ ਖਰਚਿਆਂ ਦੇ ਉੱਤੇ ਜਿਹੜਾ ਉਹ ਆਪਣੇ ਜੀਵਨ ਜਾਂ ਜ਼ਿੰਦਗੀ ਦੇ ਵਿੱਚ ਹੰਢਾਉਣਾ ਜ਼ਿਆਦਾ ਪਸੰਦ ਕਰਨ ਲੱਗ ਪਏ, ਜਿਹਦੇ ਕਰਕੇ ਘਰਾਂ ਦੇ ਖਰਚੇ ਜਿਹੜੇ ਹਨ ਜ਼ਿਆਦਾ ਵੱਧ ਜਾਂਦੇ ਆ।
इस तरह असीं खाण पीण दीयां गल्लां वल भी देख लईए कि अज कल जिवें ज़्यादा होटल वधे आ, ज़्यादा ढाबे वधे आ, ते इन्हां ढाबिਆਂ होटलों के विच बच्चे जिहड़े हैं वो घर की रोटी नालों बाहर चीज़ खानी ज़्यादा पसंद करन लग पए आ। इस करके बाहर जिहड़ियां खाण वालियां जिन्नियां भी चीकड़ियां चोपड़ियां जिन्नियां भी खुराकां जिहड़ियां सानूं मिलदियां, जिन्हां नूं असीं न्यूडल बर्गर जां होर तरह दीयां जिहड़ियां कई तरह दीयां खुराकां जिहड़ियां बाज़ारां विच आम रेहड़ियां ते उपलब्ध पाईयां जांदियां हैगियां, इन्हां नूं असीं घर दी रोटी दे नालों ज़्यादा पसंद करन लग, जद कि ये चीज़ां सेहत वास्ते ज़्यादा हानिकारक जिहड़ियां मन्नियां जांदियां है। हुण घर दे विच घर दी खाधी हुई रोटी जिहड़ी है ना इंसान नूं संतोष बख्शदी आ, उहदे जीवन के आधार दे विच जिहड़ी हैगी आ वो मन्नी जांदी आ। लेकिन कई अज दे युग दे अंदर कई ऐसे परिवार भी जिहड़े पाए जांदे आ जिहड़े जद भी कोई शहर काम करने जाते हैं ना वो पहलां घरों खाना खा के जाणगे, घर दी प्रशादा रोटी जिहड़ी छक के जाणगे। इस करके उन्हां दे अंदर है ना जिहड़ा सबर दा गुण जिहड़ा पाया जाता है। इस करके जदों किसी बाजार जां शहर पे जाणगे उन्हां दे मन की जिहड़ी खिच है ना खास करके रेहड़ियां होटलों वाल बड़ी घट जाएगी। अगर किते खाना खाणगे भी तो बहुत घट खाणगे, क्यों उन्हां दे अंदर सबर ते संतोख है। पर एक जगह रेहड़ी के उत्ते खाना खाना, फिर दूसरी जगह रेहड़ी ते खाना खाना, फिर तीसरी जगह खाना खाना, इस तरह जो असीं खाना बदलते हैं इन्हां दे स्वादां नूं जिहड़ा माणदे हां, इहदे विच असीं अपना बड़प्पन समझते हैं कि साडा इहदे विच बड़प्पन है। असल दे विच जद बाद दे विच रिजल्ट आउंदा कि सारियां चीज़ां ਵੱਖ-ਵੱਖ तरह के मसालेदार खाने ते ये फिर मुड़ के साडी सेहत नूं खराब करदे आ। अगर साडे मन दे विच संतोष है ते फिर जिहड़ा है असीं इन्हां दे उत्ते बड़ी आसानी दे नाल काबू पा सकते हैं। इस तो बाद असीं देखते हैं कपड़ियां दे विच खाने विच संतोष जिहड़ा जदों सानूं मिल जाता हैगा, जां कई बारी असीं देखते हैं कि असीं जद बाजार 'च जाते हैं उत्थे कई तरह के जोड़ियां दीयां दुकानां उपलब्ध होंदियां है ते साडे पास 2-4 जोड़ियां दे नाल जिहड़ा हैगा बड़ा आसानी दे नाल जीवन दा निर्वाह हो सकदा। पर साडी आदत इस तरह की बन गई आ कि असीं हरेक जिद्दां दा कपड़ा जिहड़ा पाउणा पसंद करदे हां उस तरह के जोड़ियां दे फैशन की दौड़ भी जिहड़ी अजकल चल गई आ कि जिहो जिहा कपड़ा पाउणा उस तरह का जोड़ा भी नाल चाहीदा है। इस करके जिथे 2-4 जोड़ियां दे नाल जुत्तियां दे नाल आसानी दे नाल सर सकदा हैगा, गुजारा हो सकता है, पैरां दी जणी रखिया हो सकदी आ, उत्थे फिर बहुत सारे जोड़े जिहड़े है जदों असीं घरां दे विच रखने शुरू कर दिंदे इहदे नाल घरां दे विच जिहड़े खर्चे हैगे वो वधण लग पैंदे आ। साडे मन 'च संतोष नहीं जागदा, जिहदे करके जिहड़ा मन हैगा हरेक चीज़ खरीदण दे विच काहला पिया रहिंदा है। ते कई बार असीं जिंदगी दे विच जद इस दौड़ दे विच शामिल हो जांदे आ तो फिर असीं देखते हैं कि साडी जिहड़ी चादर हैगी चादर नाल साडे जिहड़े पैर हैगे आ वो पसारने वड्डे हो जांदे आ, साडे खर्चे वध जांदे आ, जिस करके असीं फिर है ना दुखी हो जांदे आ। ये दुख दा है ना सब तो नंबर 1 कारण ये है कि साडे जीवन दे विच असंतोष वा वो हमेशा बनिया रहिंदा है। इस करके साडे जीवन दे विच संतोष चाहीदा हैगा। जदों जीवन दे विच ठहराव आ जांदा, संतोष आ जांदा हैगा ते फिर सानूं ज़्यादा भटकण दी लोड़ नहीं पैंदी हैगी। तो जब भटकण की लोड़ नहीं पैंदी हैगी तो फिर असीं दूसरे की जब जिंदगी नूं देखते हैं फिर साडे मन दे विच एक धरवास जिहा बनिया रहिंदा हैगा। पर अगर मन 'च संतोष ना होवे फिर दूसरे की जिंदगी नूं देख के साडे अंदर भी जिहड़ा है ना कालापन जाग पैंदा। ये कालापन की दौड़ दे विच फिर असीं जिहड़े हैं अंदर कल्पदे हैं, दुखी होंदे हैं, बिल बुलाउंदे हैं जां निंदा चुगली करदे हैं। अगर किसी ने कोई चंगी वधिया चीज़ पाई आ उहनूं देख के असीं वैसे भी जिहड़ा है ना वो दूसरिਆਂ ਦੇ प्रति निंदा करनी शुरू कर देंगे, कुर करनी शुरू कर देंगे। इस करके ये चीज़ां जिहड़ियां है ना ये शोभदियां नहीं, क्यों ये सारियां दुखां नूं पैदा करदियां, खास करके संसारी दुख नूं पैदा करदियां है। सो दूसरा की हुंदा है, दूसरा हुंदा है सुविधा व्यवस्था। देखो ये भी एक है ना दुख का कारण जिहड़ा है वो वड्डा बन जाता। असीं देखते हैं कि घरां दे विच ज़्यादा 2-4 कमरिਆਂ दे नाल सर सकदा हैगा, पर अजकल की जिंदगी दे विच असीं एडे वड्डे मकानां दी दौड़ जां कोठियां दी दौड़ दे विच फस गए हैं कि जिथे 2-4 कमरिਆਂ दे नाल आसानी नाल सर सकदा, वधिया तरीके नाल असीं रह सकदे हां, उत्थे भी असीं है ना कई जिहड़े हैगे आ वो मरलिਆਂ दे विच जद कोठियां बनाउणीਆਂ शुरू कर दिंदे आ। खास करके पहली गल तां ये समस्या आउंदी आ कि इन्हां कमरिਆਂ दी सफाई करनी औखी हो जांदी। रोज़मर्रा जद सफाई नहीं हुंदी फिर सानूं इन्हां सफाई करन वास्ते नौकर चाकरां दी सहायता लैणी पैंदी, फिर जिहदे नाल घर दे जिहड़े खर्चे आ ना वो फिर ज़्यादा वध जांदे आ। असीं एक ऐसी जिहड़ी जिंदगी जीणी आ
ਕਿ ਉਹ ਘਰ ਬਣਾਉਣਾ ਹੈਗਾ ਜਿਸ ਘਰ ਦੇ ਵਿੱਚ ਜਿਹੜੇ ਅਸੀਂ ਆਸਾਨੀ ਦੇ ਨਾਲ ਰਹਿ ਸਕੀਏ। ਅਗਰ ਕੋਈ ਘਰ ਦੇ ਵਿੱਚ ਮਹਿਮਾਨ ਆ ਜਾਵੇ ਉਹ ਵੀ ਆਸਾਨੀ ਨਾਲ ਰਹਿ ਸਕੇ, ਪਰ ਇੰਨੀ ਵੀ ਦੌੜ ਨਾ ਬਣਾਈਏ ਕਿ ਜਿਵੇਂ ਸਕੂਲਾਂ ਦੇ ਕਈ ਜਿਹੜੇ ਕਮਰੇ ਜਿਹੜੇ ਆ ਉਹ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਬਿਠਾਉਣ ਵਾਸਤੇ ਬਣੇ ਹੁੰਦੇ ਆ। ਇਸ ਤਰ੍ਹਾਂ ਘਰਾਂ ਨੂੰ ਅਸੀਂ ਸਕੂਲ ਨਹੀਂ ਬਣਾਉਣਾ ਹੈਗਾ, ਘਰਾਂ ਨੂੰ ਇੱਕ ਆਸ਼ਰਮ ਬਣਾਉਣਾ ਹੈਗਾ, ਇੱਕ ਐਸਾ ਘਰ ਬਣਾਉਣਾ ਹੈਗਾ ਜਿਹਦੇ ਵਿੱਚ ਸੁੱਖ ਆਰਾਮ ਦੇ ਸਾਰੇ ਸਾਧਨ ਤਾਂ ਹੋਣ, ਪਰ ਉਹਦੀਆਂ ਵਿਵਸਥਾ ਤਾਂ ਜ਼ਰੂਰ ਹੋਣ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਸਾਨੂੰ ਘਰ ਦੇ ਵਿੱਚ ਸੁੱਖ ਸੁਵਿਧਾ ਦੀਆਂ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ, ਲੇਕਿਨ ਅਗਰ ਅਸੀਂ ਘਰ ਛੱਡ ਕੇ ਕਿਤੇ ਬਾਹਰ ਜਾਣਾ ਹੋਵੇ, ਕਿਸੇ ਐਸੀ ਸਥਿਤੀ ਦੇ ਵਿੱਚ ਫਸ ਜਾਈਏ, ਫਰਜ਼ ਕਰੋ ਅਸੀਂ ਬਾਹਰ ਕਿਤੇ ਗਏ ਹਾਂ, ਜਦ ਉੱਥੇ ਬਾਹਰ ਗਏ ਹਾਂ ਤਾਂ ਉੱਥੇ ਸਾਨੂੰ ਰਹਿਣ ਦੇ ਵਾਸਤੇ ਉਹ ਫੈਸਿਲਿਟੀਆਂ, ਉਹ ਸਹੂਲਤਾਂ ਨਹੀਂ ਮਿਲਦੀਆਂ ਕਿ ਜਿਹੜੀਆਂ ਸਾਡੀਆਂ ਘਰ ਦੇ ਵਿੱਚ ਮੌਜੂਦ ਹੁੰਦੀਆਂ। ਅਤੇ ਜਿਸ ਕਰਕੇ ਅਸੀਂ ਫਿਰ ਦੁਖੀ ਹੋ ਜਾਂਦੇ। ਜਦ ਦੁਖੀ ਹੁੰਦੇ ਫਿਰ ਸਾਨੂੰ ਉੱਥੇ ਨੀਂਦ ਨਹੀਂ ਆਉਂਦੀ, ਸਾਡਾ ਰਹਿਣਾ ਜਿਹੜਾ ਉੱਥੇ ਬੜਾ ਔਖਾ ਹੋ ਜਾਂਦਾ ਹੈਗਾ, ਕਿਉਂਕਿ ਫਿਰ ਅਸੀਂ ਉੱਥੇ ਪਾਸੇ ਮਾਰਦੇ ਰਹਿੰਦੇ ਹਾਂ ਹਰ ਟਾਈਮ। ਰਾਤ ਸਾਡੀ ਜਿਹੜੀ ਹੈਗੀ ਆ ਉਹ ਸੁੱਖ ਆਰਾਮ ਦੇ ਨਾਲ ਨਹੀਂ ਬੀਤਦੀ। ਸੋ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਆਪਣੇ ਸਰੀਰ ਨੂੰ ਬਿਲਕੁਲ ਨਾ ਤਾਂ ਐਡਾ ਜਿਹੜਾ ਹੈ ਨਾ ਸੁੱਖਦਾਇਕ ਆਰਾਮ ਦੇ ਵਿੱਚ ਜਿਹੜਾ ਹੈਗਾ ਉਹ ਰੱਖਣਾ ਹੈਗਾ ਕਿ ਜਿਹਦੇ ਨਾਲ ਸਾਡੇ ਮਨ ਦੀ ਜਿਹੜੀ ਵਿਵਸਥਾ ਹੈਗੀ ਆ ਉਹ ਬਾਹਰ ਵੀ ਵਿਗੜ ਜਾਵੇ। ਜਿਵੇਂ ਇੱਕ ਮਹਾਤਮਾ ਸੀਗੇ, ਉਹ ਕਿਸੇ ਸਾਧੂ ਮੰਡਲੀ ਦੇ ਨਾਲ ਕਿਤੇ ਜਾ ਰਹੇ ਸੀ, ਰਸਤੇ ਵਿੱਚ ਮੀਂਹ ਪੈਣ ਲੱਗ ਪਿਆ, ਬਾਰਿਸ਼ ਹਨੇਰੀ ਆਉਣ ਲੱਗ ਪਈ। ਜਦ ਬਾਰਿਸ਼ ਹਨੇਰੀ ਆਈ, ਹੁਣ ਉਹਨਾਂ ਨੂੰ ਰਹਿਣ ਦੇ ਵਾਸਤੇ ਜਿਹੜਾ ਸੀ ਕਿਸੇ ਮਕਾਨ ਦੀ ਜ਼ਰੂਰਤ ਸੀ, ਪਰ ਕੁਦਰਤੀ ਇੱਕ ਐਸੇ ਘਰ ਦੇ ਵਿੱਚ ਚੱਲ ਕੇ ਜਿਹੜਾ ਪੁਰਾਣਾ ਘਰ ਸੀਗਾ ਉਹਨਾਂ ਨੂੰ ਨਜ਼ਰ ਪਿਆ, ਜਿਹਦੇ ਵਿੱਚ ਕੋਈ ਪਰਿਵਾਰ ਨਹੀਂ ਸੀ ਰਹਿੰਦਾ। ਪਰ ਘਰ ਦੇ ਵਿੱਚ ਜਣੀ ਹੈ ਨਾ ਥੋੜ੍ਹੀਆਂ ਬਹੁਤੀਆਂ ਰਹਿਣ ਦੇ ਵਾਸਤੇ ਉੱਥੇ ਵਿਵਸਥਾ ਜਿਹੜੀਆਂ ਸੀਗੀਆਂ ਉਹ ਕੀ ਸੀ, ਜਿਵੇਂ ਘਰ ਦੀ ਛੱਤ ਦੇ ਨਾਲ ਪੁਰਾਣੇ ਟੰਗੇ ਹੋਏ ਕੱਪੜੇ ਜਾਂ ਇਸ ਤਰ੍ਹਾਂ ਦਾ ਥੋੜ੍ਹਾ ਬਹੁਤਾ ਸਮਾਨ ਸੀਗਾ। ਦੇਖੋ ਉਹਨੇ ਮਹਾਤਮਾ ਨੇ ਉੱਥੇ ਘਰ ਦੇ ਵਿੱਚ ਰਹਿ ਕੇ ਚੌਂਕੜਾ ਮਾਰਿਆ, ਉਹ ਜਿਹੜੀਆਂ ਪੁਰਾਣੀਆਂ ਚਾਦਰਾਂ ਜਾਂ ਜੋ ਵੀ ਕੁਛ ਉੱਥੇ ਪਿਆ ਸੀਗਾ ਉਹਨੂੰ ਆਪਣੇ ਆਰਾਮ ਦੇ ਵਾਸਤੇ ਥੱਲੇ ਜਿਹੜਾ ਸੀ ਵਰਤ ਕੇ ਬੜੇ ਆਰਾਮ ਦੇ ਨਾਲ ਸੁਖਦਾਈ ਜਿਹੜਾ ਸੀਗਾ ਉੱਥੇ ਆਨੰਦ ਮਾਣ ਕੇ, ਵਾਹਿਗੁਰੂ ਦੇ ਗੁਣ ਗਾ ਕੇ, ਕੀਰਤਨ ਕਰਕੇ ਜਾਂ ਸੰਗਤ ਆਪਣੇ ਨਾਲ ਦੇ ਸਾਥੀਆਂ ਨਾਲ ਕਰਕੇ ਉਹ ਸਾਰੀ ਰਾਤ ਜਿਹੜੀ ਆ ਉਹ ਉਸ ਗੁਰੂ ਮਹਿਮਾ ਦੇ ਵਿੱਚ ਜਿਹੜੀ ਗੁਜ਼ਾਰੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਚਾਹੇ ਉਹ ਘਰ ਜਿਹੜਾ ਸੀ ਖੰਡਰ ਸੀਗਾ, ਕਿਸੇ ਤਰ੍ਹਾਂ ਦੀ ਉੱਥੇ ਵਿਵਸਥਾ ਜਿਹੜੀ ਉਹ ਨਹੀਂ ਸੀਗੀ, ਨਾ ਉੱਥੇ ਬਿਜਲੀ ਸੀ ਨਾ ਪਾਣੀ ਸੀਗਾ, ਲੇਕਿਨ ਮਹਾਂਪੁਰਖਾਂ ਨੇ ਦੇਖੋ ਉਸੇ ਹੀ ਘਰ ਦੇ ਵਿੱਚ ਚਾਰਨ ਪਾ ਕੇ ਉਸੇ ਘਰ ਨੂੰ ਜਿਹੜਾ ਸਵਰਗ ਬਣਾ ਦਿੱਤਾ, ਜਿਹਨੂੰ ਅਸੀਂ ਕਹਿੰਦੇ ਜੰਗਲ 'ਚ ਮੰਗਲ ਲਾ ਦੇਣਾ। ਸੋ ਸਾਡੀ ਵੀ ਇਸ ਤਰ੍ਹਾਂ ਦੀ ਆਦਤ ਹੋਣੀ ਚਾਹੀਦੀ ਆ ਕਿ ਅਸੀਂ ਜਿਹੋ ਜਿਹਾ ਸੁੱਖ ਘਰ ਦੇ ਵਿੱਚ ਮਾਣਦੇ ਹਾਂ ਨਾ, ਇਸ ਸੁੱਖ ਨੂੰ ਅਸੀਂ ਆਪਣੇ ਅੰਦਰ ਨਹੀਂ ਬਿਠਾਉਣਾ ਹੈਗਾ। ਕਿਉਂਕਿ ਅਸੀਂ ਇਸ ਸੁੱਖ ਜਿਹੜਾ ਹੈ ਨਾ ਇੱਕ ਸਮਾਨ ਕਰਨਾ ਹੈ ਕਿ ਅਗਰ ਅਸੀਂ ਘਰ ਦੇ ਵਿੱਚੋਂ ਬਾਹਰ ਨਿਕਲੀਏ, ਕਿਸੇ ਐਸੀ ਜਗ੍ਹਾ ਦੇ ਵਿੱਚ ਚਲੇ ਜਾਈਏ ਕਿ ਜਿੱਥੇ ਜਿਹੜੀਆਂ ਉਹ ਸੁਵਿਧਾ, ਉਹ ਅਵਸਥਾਵਾਂ ਜਾਂ ਉਹ ਸਹੂਲਤਾਂ ਜਿਹੜੀਆਂ ਸਾਨੂੰ ਘਰ ਦੇ ਵਿੱਚ ਮਿਲਦੀਆਂ ਹੈਗੀਆਂ ਬਾਹਰ ਨਾ ਮਿਲਣ, ਅਤੇ ਫਿਰ ਸਾਨੂੰ ਮਨ 'ਚ ਦੁਖੀ ਨਹੀਂ ਹੋਣਾ ਚਾਹੀਦਾ। ਇਹ ਤਾਂ ਹੀ ਹੋ ਸਕਦਾ ਹੈਗਾ ਜਦੋਂ ਸਾਨੂੰ ਇਸ ਚੀਜ਼ ਦੀ ਆਦਤ ਜਿਹੜੀ ਬਣ ਜਾਵੇ ਕਿ ਸਾਡੇ ਜੀਵਨ ਜਦ ਇੱਕ ਸਮਾਨ ਹੋ ਜਾਵੇ। ਜਿਵੇਂ ਮਹਾਰਾਜ ਨੇ ਕਲਗੀਧਰ ਪਿਤਾ ਨੇ ਸਾਨੂੰ ਦੱਸਿਆ ਹੈਗਾ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਜਦ ਇਹੋ ਜਿਹੀ ਅਵਸਥਾ ਬਣ ਜਾਊਗੀ ਹੈ ਨਾ, ਫਿਰ ਸਾਡਾ ਜੀਵਨ ਸਦਾ ਆਨੰਦਮਈ ਹੋ ਜਾਏਗਾ। ਇਸੇ ਕਰਕੇ ਜਿਹੜੇ ਰੱਜੇ ਪੁੱਜੇ ਮਹਾਤਮਾ ਹਨ, ਉਹਨਾਂ ਮਹਾਤਮਾ ਦੇ ਅੰਦਰ ਦੋ ਚੀਜ਼ਾਂ ਨਹੀਂ ਹੁੰਦੀਆਂ। ਪਹਿਲਾ ਕੀ ਹੁੰਦਾ ਹੈ, ਉਹ ਦੱਸਦੇ ਆ ਕਿ ਉਹਨਾਂ ਦੇ ਮਨ ਦੇ ਵਿੱਚ ਕਦੀ ਵੀ ਅਸੰਤੋਸ਼ ਨਹੀਂ ਹੁੰਦਾ, ਕਦੀ ਵੀ ਭਟਕਣਾ ਨਹੀਂ ਹੁੰਦੀ, ਹਮੇਸ਼ਾ ਮਨ ਸੰਤੋਖ ਸਹਿਜ ਦੇ ਵਿੱਚ ਰਹਿੰਦਾ ਹੈਗਾ। ਚਾਹੇ ਉਹ ਕੱਪੜਿਆਂ ਦੇ ਵਿੱਚ ਰਹਿਣ, ਚਾਹੇ ਖਾਣ ਪੀਣ ਦੇ ਮਕਾਨ ਦੇ ਵਿੱਚ, ਚਾਹੇ ਉਹਨਾਂ ਦੇ ਵਿੱਚ ਆਉਣ ਜਾਣ ਦੇ ਜਿਹੜੇ ਸਾਧਨ ਆਵਾਜਾਈ ਦੇ, ਖਾਸ ਕਰਕੇ ਉਹ ਜਦ ਕਿਤੇ ਵਿਚਰਦੇ ਹਨ ਨਾ ਉਹ ਪੈਦਲ ਹੀ ਜਾਣਾ ਪਸੰਦ ਕਰਦੇ। ਪਰ ਸਾਡੇ ਮਨ ਦੇ ਵਿੱਚ ਇਹ ਚੀਜ਼ ਨਾ ਹੋਣ ਕਰਕੇ ਅਸੀਂ ਜਿੱਥੇ ਕੱਪੜਿਆਂ ਦੀ ਦੌੜ ਦੇ ਵਿੱਚ ਭਟਕਦੇ ਰਹਿੰਦੇ ਹਾਂ, ਖਾਣਿਆਂ ਦੀ ਦੌੜ 'ਚ, ਔਰ ਖਾਸ ਕਰਕੇ ਘਰ ਦੀਆਂ ਗੱਡੀਆਂ ਜਿਹੜੀਆਂ ਸੁੱਖ ਸਹੂਲਤਾਂ ਹੈਗੀਆਂ ਉਹਨਾਂ ਵਿੱਚ ਵੀ ਸਾਨੂੰ ਜਿਹੜੀ ਸਬਰ ਨਹੀਂ ਆਉਂਦਾ। ਜੇ ਇੱਕ ਗੱਡੀ ਨਾਲ ਸਰ ਸਕਦਾ, ਅਸੀਂ 2-3 ਗੱਡੀਆਂ ਜਿਹੜੀਆਂ ਉਹਦੀ ਉਮੀਦ ਰੱਖਦੇ ਹਾਂ ਕਿ ਸਾਨੂੰ ਹਰੇਕ ਤਰ੍ਹਾਂ ਦੀ ਜਿਹੜੀ ਜੋ ਵੀ ਕੋਈ ਨਵਾਂ ਡਿਜ਼ਾਈਨ ਇਹ ਮਿਲਦਾ ਹੈਗਾ ਉਹਦੇ ਵੱਲ ਅਸੀਂ ਭੱਜਣਾ ਸ਼ੁਰੂ ਕਰ ਦਿੰਦੇ ਹਾਂ। ਜਿਹਦੀ ਮਸ਼ਹੂਰੀ ਜ਼ਿਆਦਾ ਹੋ ਜਾਂਦੀ, ਅਸੀਂ ਪੁਰਾਣੀ ਗੱਡੀ ਨੂੰ ਛੱਡ ਕੇ ਉਸ ਨਵੀਂ ਗੱਡੀ ਵਾਸਤੇ ਤੜਫਣਾ ਸ਼ੁਰੂ ਕਰ ਦਿੰਦੇ, ਚਾਹੇ ਸਾਡੀ ਜੇਬ 'ਚ ਪੈਸਾ ਹੋਵੇ ਚਾਹੇ ਨਾ ਹੋਵੇ। ਅਸੀਂ ਆਪਣੇ ਆਪ ਦੀ ਫੋਕੀ ਟੌਰ ਬਣਾਉਣ ਵਾਸਤੇ ਕਈ ਵਾਰ ਜਿਹੜੀਆਂ ਹਨ ਬੈਂਕਾਂ ਤੋਂ ਲੋਨ ਚੱਕ ਕੇ ਜਦ ਗੱਡੀਆਂ ਖਰੀਦਦੇ ਹਾਂ, ਪਰ ਬਾਅਦ ਦੇ ਵਿੱਚ ਜਦ ਕਿਸ਼ਤਾਂ ਨਹੀਂ ਮੁੜਦੀਆਂ ਹਨ, ਉਸ ਤੋਂ ਬਾਅਦ ਫਿਰ ਜਦੋਂ ਮੈਨੇਜਰ ਜਾਂ ਘਰ ਦੇ ਕਰਮਚਾਰੀ ਕਿਸ਼ਤਾਂ ਵਾਸਤੇ ਗੇੜੇ ਮਾਰਦੇ ਆ,
ਫਿਰ ਉਸ ਟਾਈਮ ਸਾਨੂੰ ਇੱਕ ਤਾਂ ਕੀ ਹੁੰਦਾ, ਆਪਣੇ ਆਪ ਨੂੰ ਲੁਕਾਉਣ ਵਾਸਤੇ ਜਿਹੜਾ ਹੈਗਾ, ਦੂਸਰਿਆਂ ਤੋਂ ਮੂੰਹ ਛੁਪਾਉਣ ਵਾਸਤੇ ਸਾਨੂੰ ਕਈ ਤਰ੍ਹਾਂ ਦੇ ਝੂਠ ਬੋਲਣੇ ਪੈਂਦੇ ਆ, ਕਈ ਤਰ੍ਹਾਂ ਦੀ ਸ਼ਰਮ ਮਹਿਸੂਸ ਹੁੰਦੀ ਆ। ਕਿਉਂ ਸਾਡੀ ਟੌਰ ਨੂੰ ਦਾਗ ਲੱਗਦਾ ਹੈਗਾ। ਅਤੇ ਉਸ ਤੋਂ ਬਾਅਦ ਫਿਰ ਅਸੀਂ ਕਈ ਤਰ੍ਹਾਂ ਦੇ ਪੈਸੇ ਇਕੱਠੇ ਕਰਨ ਵਾਸਤੇ ਨੇ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਾਂ, ਵੱਡੀਆਂ ਲੈਂਦੇ ਹਾਂ, ਝੂਠ ਬੋਲਦੇ ਹਾਂ, ਹੇਰਾ ਫੇਰੀਆਂ ਕਰਦੇ ਹਾਂ। ਅਤੇ ਇਹ ਜਿਹੜਾ ਸਾਰਾ ਕੁਛ ਜਿਹੜਾ ਅਸੀਂ ਧਰਮ ਤੋਂ ਉਲਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਇਹ ਫਿਰ ਸਾਡਾ ਜਿਹੜਾ ਧਰਮ ਤੋਂ ਉਲਟ ਕਿਰਿਆ ਹੁੰਦੀ ਹੈ, ਇਹ ਫਿਰ ਸਾਡੇ ਜੀਵਨ ਨੂੰ ਬਰਬਾਦ ਕਰ ਦਿੰਦੀ। ਇਸ ਕਰਕੇ ਮਹਾਂਪੁਰਖ ਦੱਸਦੇ ਆ ਕਿ ਸਾਡੇ ਜੀਵਨ ਦੇ ਵਿੱਚ ਜਿਹੜਾ ਅਸਤੋਸ਼ ਨਾਂ ਦੀ ਕੋਈ ਚੀਜ਼ ਨਹੀਂ। ਹਮੇਸ਼ਾ ਮਨ ਜਿਹੜਾ ਹੈ ਨਾ ਸੰਤੋਖ ਦੇ ਵਿੱਚ, ਸੰਤੋਸ਼ 'ਚ ਰਹਿੰਦਾ ਹੈਗਾ। ਜਦ ਮਨ ਸੁੱਖ ਦੇ ਵਿੱਚ, ਸਹਿਜ ਦੇ ਵਿੱਚ, ਇੱਕ ਸੁਰਤਾ ਦੇ ਵਿੱਚ ਰਹਿੰਦਾ ਅਤੇ ਉਹਦੇ ਨਾਲ ਆਨੰਦ ਬਣਿਆ ਰਹਿੰਦਾ। ਦੂਸਰਾ ਕੀ ਆ? ਦੂਸਰਾ ਉਹ ਕਹਿੰਦੇ ਵੀ ਸਾਡੇ ਜੀਵਨ ਦੇ ਵਿੱਚ ਕਦੀ ਵੀ ਜਿਹੜੀ ਹੈ ਨਾ, ਜੋ ਸਾਨੂੰ ਸਹੂਲਤਾਂ ਹੁੰਦੀਆਂ ਹੈਗੀਆਂ, ਇਹ ਸਹੂਲਤਾਂ ਵੀ ਸਾਡੀਆਂ ਇੱਕ ਸਮਾਨ ਰਹਿੰਦੀਆਂ ਹੈ। ਅਤੇ ਇਹ ਜਿਹੜੀ ਇੱਕ ਸਮਾਨ ਸਹੂਲਤ ਹੈ, ਚਾਹੇ ਘਰ ਵਾ ਚਾਹੇ ਬਾਹਰ ਹੈ, ਜੇ ਸਾਡੀ ਜ਼ਿੰਦਗੀ ਸੁੰਦਰ ਗਧੇਲਿਆਂ ਦੇ ਵਿੱਚ ਸੋਣਾ ਪਸੰਦ ਕਰਦੀ ਆ, ਪਰ ਅਗਰ ਜ਼ਿੰਦਗੀ ਦੇ ਵਿੱਚ ਕਿਤੇ ਸਾਨੂੰ ਦੁੱਖਾਂ ਦੀ ਸੇਜ ਜਾਂ ਦੁੱਖਾਂ ਦੇ ਕੰਢਿਆਂ ਉੱਤੇ ਵੀ ਜਿਹੜਾ ਸੋਣਾ ਪੈ ਜਾਵੇ, ਤਾਂ ਵੀ ਸਾਡਾ ਮਨ ਜਿਹੜਾ ਹੈ ਚੜ੍ਹਦੀਆਂ ਕਲਾਂ 'ਚ ਰਹੇ। ਜਿਵੇਂ ਕਲਗੀਧਰ ਪਿਤਾ ਨੇ ਸਾਨੂੰ ਸਿਖਾਇਆ ਹੈ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਜਦ ਇਹ ਦੋ ਚੀਜ਼ਾਂ ਸਾਡੇ ਅੰਦਰ ਘਰ ਕਰ ਜਾਣਗੀਆਂ ਅਤੇ ਸਾਡੇ ਜੀਵਨ ਦੀ ਹਮੇਸ਼ਾ ਚੜ੍ਹਦੀ ਕਲਾ ਰਹੂਗੀ। ਸਾਡਾ ਮਨ ਕਦੀ ਦੁਖੀ ਨਹੀਂ ਹੋਊਗਾ, ਹਮੇਸ਼ਾ ਸਤ ਚਿੱਤ ਆਨੰਦ ਜਿਹੜਾ ਹੈ ਨਾ ਉਹ ਬਣਿਆ ਰਹੂਗਾ, ਇੱਕ ਸਮਾਨ ਬਣਿਆ ਰਹੂਗਾ। ਨਾ ਫਿਰ ਸਾਡੇ ਮਨ ਦਾ ਕਦੀ ਉਤਰਾ ਚੜਾ, ਦੁੱਖ ਸੁੱਖ ਰਹੂਗਾ। ਅਸੀਂ ਦੁੱਖ ਅਤੇ ਸੁੱਖ ਦੋਨਾਂ ਤੋਂ ਉੱਪਰ ਹੋ ਜਾਵਾਂਗੇ, ਜਿਸ ਨੂੰ ਸਾਨੂੰ ਗੁਰਬਾਣੀ ਨੇ ਆਖਿਆ ਹੈ, ਕਬੀਰ ਸੁਰਗ ਨਰਗ ਤੇ ਮਹਿਰਿਓ ਸਤਿਗੁਰੂ ਕੇ ਪ੍ਰਸਾਦ, चित चरण कमल की मौज में रहो अंत और आद, चरण कमल की मौज में को कैसे अनुमान, कहबे को शोभा नहीं देखा ही प्रवान। ਕਹਿੰਦੇ ਕਹਿਣ ਨਾ ਸ਼ੋਭਾ ਨਹੀਂ ਬਣਦੀ ਜਿਹੜੀ ਚਰਨ ਕਮਲਾਂ ਦੀ ਮੌਜ ਹੁੰਦੀ ਆ। ਇਹ ਜਿਸ ਪ੍ਰਾਣੀ ਦੇ ਹਿਰਦੇ ਦੇ ਉੱਤੇ ਇਹੋ ਜਿਹੀ ਅਵਸਥਾ ਆ ਜਾਂਦੀ ਆ, ਬਸ ਫਿਰ ਉਹਦਾ ਜੀਵਨ ਜਿਹੜਾ ਨਾ ਸਦਾ ਆਨੰਦਮਈ ਹੋ ਜਾਂਦਾ। ਜਿਹਨੂੰ ਬਾਣੀ ਨੇ ਆਖਿਆ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣ ਐ ਦੁੱਖ ਪਾਪ ਕਾ ਨਾਸ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।